ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ CRPC ਦੇ ਸਬਜੈਕਟ ਦੇ ਵਿੱਚ ਆਪਣਾ ਨੈਕਸਟ ਟੌਪਿਕ ਹੈ ਕੰਪਲੇਂਟ। ਕੰਪਲੇਂਟ ਯਾਨੀ ਸ਼ਿਕਾਇਤ, ਔਰ ਇਹਨੂੰ ਲੀਗਲ ਪਾਰਲੈਂਸ ਦੇ ਵਿੱਚ ਵਰਨੈਕੂਲਰ ਲੈਂਗੁਏਜ ਦੇ ਵਿੱਚ ਇਸਤਗਾਸਾ ਵੀ ਕਿਹਾ ਜਾਂਦਾ ਹੈ। ਹਾਂ, ਇਸਤਗਾਸਾ ਇੱਕ ਜੋ ਉਰਦੂ ਦਾ ਲਫਾਜ਼ ਹੈ, ਔਰ ਕਈ ਵਾਰ ਇਸਤਗਾਸਾ ਜਿਹੜੀ ਵੀ ਕੰਪਲੇਂਟ ਪਬਲਿਕ ਸਰਵੈਂਟ ਵੱਲੋਂ ਫਾਈਲ ਕੀਤੀ ਜਾਂਦੀ ਹੈ ਉਸ ਕੰਟੈਕਸਟ 'ਚ ਵੀ ਇਸਤਗਾਸਾ ਵਰਡ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ ਜੀ। ਚਲੋ ਇਸ ਟੌਪਿਕ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਇਹ ਦੇਖਦੇ ਹਾਂ ਕਿ ਅੱਜ ਕਿਹੜੇ ਇਸ਼ੂਜ਼ ਨੂੰ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਡੀਮਡ ਕੰਪਲੇਂਟ ਦਾ ਕੀ ਕੰਸੈਪਟ ਹੈ, ਕਿ ਕੰਪਲੇਂਟ ਤੋਂ ਬਾਅਦ FIR ਔਰ FIR ਤੋਂ ਬਾਅਦ ਕੰਪਲੇਂਟ ਹੋ ਸਕਦੀ ਹੈ। ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਫਾਈਲ ਤਾਂ ਕੰਪਲੇਂਟ ਕੀਤੀ ਸੀ ਲੇਕਿਨ ਕੌਗਨੀਅੰਸ ਲਿੱਤਾ ਗਿਆ ਪੁਲਿਸ ਰਿਪੋਰਟ ਤੇ, ਜਾਂ ਫਾਈਲ ਤਾਂ FIR ਹੋਈ ਸੀ ਲੇਕਿਨ ਅਲਟੀਮੇਟਲੀ ਨਿਕਲਿਆ ਕਿ ਕੌਗਨੀਅੰਸ ਲਿੱਤਾ ਗਿਆ ਕੰਪਲੇਂਟ ਦੇ। ਫਿਰ ਕਿ ਕੰਪਲੇਂਟ ਨੂੰ ਅਮੈਂਡ ਕੀਤਾ ਜਾ ਸਕਦਾ ਹੈ, ਪ੍ਰੋਟੈਸਟ ਪਟੀਸ਼ਨ ਨੂੰ ਕੰਪਲੇਂਟ ਸਮਝਿਆ ਜਾ ਸਕਦਾ ਹੈ। FIR ਅਗਰ ਪਹਿਲਾਂ ਹੋ ਜਾਏ ਤਾਂ ਉਹ ਫਰਦਰ ਕੰਪਲੇਂਟ ਕਰਨ ਦੇ ਵਿੱਚ ਬਾਰ ਹੋ ਸਕਦੀ ਹੈ, ਜਾਂ ਜੇ ਪਹਿਲਾਂ ਕੰਪਲੇਂਟ ਫਾਈਲ ਹੋ ਜਾਏ ਤੇ FIR ਹੋਣ ਦੇ ਵਿੱਚ ਕੋਈ ਬਾਰ ਹੈ। ਕਿ ਕੰਪਲੇਂਟ ਕੋਈ ਵੀ ਪਰਸਨ ਫਾਈਲ ਕਰ ਸਕਦਾ ਹੈ। ਡੀ ਫੈਕਟੋ ਕੰਪਲੇਨੈਂਟ ਔਰ ਡੀ ਜੁਰੇ ਕੰਪਲੇਨੈਂਟ ਦਾ ਕੀ ਕੰਸੈਪਟ ਹੈ। ਇਹਦੇ ਨਾਲ ਹੀ ਹੋਰ ਬਹੁਤ ਸਾਰੇ ਲੀਗਲ ਔਰ ਟੈਕਨੀਕਲ ਇਸ਼ੂਜ਼ ਨੂੰ ਆਪਾਂ ਇਸ ਕਲਾਸ ਦੇ ਵਿੱਚ ਹੁਣ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖ ਲੈਂਦੇ ਹਾਂ ਮੀਨਿੰਗ ਐਂਡ ਡੈਫੀਨੇਸ਼ਨ ਆਫ ਕੰਪਲੇਂਟ। ਮੀਨਿੰਗ ਐਂਡ ਡੈਫੀਨੇਸ਼ਨ ਆਫ ਕੰਪਲੇਂਟ। ਕੰਪਲੇਂਟ ਇਜ਼ ਡਿਫਾਈਨਡ ਅੰਡਰ ਸੈਕਸ਼ਨ 2D। ਠੀਕ ਹੈ ਜੀ। 2D ਦੇ ਵਿੱਚ ਕੰਪਲੇਂਟ ਡਿਫਾਈਨਡ ਹੈ, ਔਰ ਕੰਪਲੇਂਟ ਨੂੰ ਸਮਝਣ ਦੇ ਲਈ, ਇਹਦੀ ਡੈਫੀਨੇਸ਼ਨ ਨੂੰ ਸਮਝਣ ਦੇ ਲਈ ਆਪਾਂ ਇਹਨੂੰ ਬ੍ਰੇਕ ਡਾਊਨ ਕਰ ਲੈਂਦੇ ਹਾਂ ਕੁਝ ਇਨਗਰੀਡੀਐਂਟਸ ਦੇ ਵਿੱਚ। ਠੀਕ ਹੈ ਜੀ। ਹੁਣ ਉਹ ਕੱਲੇ ਇਨਗਰੀਡੀਐਂਟ ਦਾ ਮਤਲਬ ਸਮਝਾਂਗੇ ਔਰ ਫਿਰ ਆਪਾਂ ਨੂੰ ਕੰਪਲੇਂਟ ਦਾ ਐਕਚੁਅਲ ਜੋ ਡੈਫੀਨੇਸ਼ਨ ਐਂਡ ਮੀਨਿੰਗ ਹੈ ਉਹ ਸਮਝ ਆਏਗਾ। ਸਭ ਤੋਂ ਪਹਿਲਾਂ ਕੰਪਲੇਂਟ ਕੀ ਹੈ? ਇਟ ਇਜ਼ ਐਨ ਐਲੀਗੇਸ਼ਨ ਮੇਡ ਟੂ ਮੈਜਿਸਟ੍ਰੇਟ। ਐਲੀਗੇਸ਼ਨ ਮਤਲਬ ਕਿ ਇੱਕ ਆਰੋਪ ਹੈ ਜੋ ਕਿ ਮੈਜਿਸਟ੍ਰੇਟ ਨੂੰ ਦਿੱਤਾ ਜਾ ਰਿਹਾ ਹੈ। ਹੁਣ ਇੱਥੋਂ ਇੱਕ ਪੁਆਇੰਟ ਹੋਰ ਕਲੀਅਰ ਹੁੰਦਾ ਹੈ ਕਿ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਪੁਲਿਸ ਦੇ ਕੋਲ ਕੋਈ ਐਗਰੀਵਡ ਪਰਸਨ ਜਾਂ ਕੋਈ ਵੀ ਪਰਸਨ ਸ਼ਿਕਾਇਤ ਲੈ ਕੇ ਜਾਂਦਾ ਹੈ ਤੇ ਆਪਾਂ ਇਹ ਮੰਨਦੇ ਹਾਂ ਕਿ ਇਸ ਜਿਹੜੀ ਸ਼ਿਕਾਇਤ ਹੈ ਉਹਨੂੰ ਆਪਾਂ ਕੰਪਲੇਂਟ ਮੰਨ ਲੈਂਦੇ ਹਾਂ। ਮੈਂ ਸ਼ਿਕਾਇਤ ਵਰਡ ਜਾਂ ਕੰਪਲੇਂਟ ਵਰਡ ਇਸ ਲਈ ਯੂਜ਼ ਕੀਤਾ ਹੈ ਕਿ ਮੈਂ ਦੋਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਫਰਕ ਸਮਝਾ ਸਕਾਂ। ਅਸਲ ਦੇ ਵਿੱਚ ਪੁਲਿਸ ਦੇ ਕੋਲ ਆਪਾਂ ਜਦੋਂ ਕਿਸੇ ਆਫੈਂਸ ਦੇ ਬਾਰੇ ਐਲੀਗੇਸ਼ਨ ਦਾ ਜ਼ਿਕਰ ਕਰਦੇ ਹਾਂ ਉਹ ਇਨਫੋਰਮੇਸ਼ਨ ਹੁੰਦੀ ਹੈ। ਪੁਲਿਸ ਦੇ ਕੋਲ ਜੋ ਚੀਜ਼ ਜਾਰੀ ਹੈ, ਪੁਲਿਸ ਦੇ ਕੋਲ ਜੋ ਚੀਜ਼ ਜਾਰੀ ਹੈ ਉਹ ਹੈ ਇਨਫੋਰਮੇਸ਼ਨ, ਔਰ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ FIR ਲੌਜ ਹੁੰਦੀ ਹੈ, ਔਰ ਉਸ ਇਨਫੋਰਮੇਸ਼ਨ ਦੇਣ ਵਾਲੇ ਨੂੰ ਇਨਫੋਰਮੈਂਟ ਕਿਹਾ ਜਾਂਦਾ ਹੈ। ਇਨਫੋਰਮੈਂਟ, ਨਾ ਕਿ ਕੰਪਲੇਨੈਂਟ ਕਿਹਾ ਜਾਂਦਾ ਹੈ। ਔਰ ਜੋ ਪੁਲਿਸ ਦੇ ਕੋਲ ਐਲੀਗੇਸ਼ਨ ਦਿੱਤੀ ਜਾ ਰਹੀ ਹੈ ਉਹਨੂੰ ਨਾ ਕਿ ਆਪਾਂ ਕੰਪਲੇਂਟ ਕਵਾਂਗੇ, ਉਹ ਅਸਲ ਦੇ ਵਿੱਚ ਇਨਫੋਰਮੇਸ਼ਨ ਹੈ ਜਿਹਦੇ ਬੇਸਿਸ ਤੇ FIR ਲੌਜ ਹੁੰਦੀ ਹੈ। ਲੇਕਿਨ ਹੁਣ ਕੰਪਲੇਂਟ ਕੀ ਚੀਜ਼ ਹੈ? ਕੰਪਲੇਂਟ ਉਹ ਐਲੀਗੇਸ਼ਨ ਹੈ ਜੋ ਕਿ ਮੈਜਿਸਟ੍ਰੇਟ ਨੂੰ ਦਿੱਤੀ ਜਾ ਰਹੀ ਹੈ, ਵਿਚ ਮੀਨਸ ਕਿ ਸਿਰਫ ਜੋ ਮੈਜਿਸਟ੍ਰੇਟ ਹੈ ਉਹਨੂੰ ਹੀ ਕੰਪਲੇਂਟ ਜਾ ਸਕਦੀ ਹੈ ਐਜ਼ ਫਾਰ ਐਜ਼ ਲੀਗਲ ਕੰਸੈਪਟ ਇਜ਼ ਕੰਸਰਨਡ। ਠੀਕ ਹੈ ਜੀ। ਹੁਣ ਸੋ ਕੰਪਲੇਂਟ ਇਜ਼ ਐਨ ਐਲੀਗੇਸ਼ਨ। ਫਿਰ ਐਲੀਗੇਸ਼ਨ ਓਰਲ ਵੀ ਹੋ ਸਕਦਾ ਹੈ ਔਰ ਰਿਟਨ ਵੀ ਹੋ ਸਕਦਾ ਹੈ। ਹਾਂ, ਜੇ ਇਹ ਓਰਲ ਹੈ then it is the duty of magistrate to reduced into writing। ਫਿਰ ਉਸ ਐਲੀਗੇਸ਼ਨ ਨੂੰ ਰਾਈਟਿੰਗ ਦੇ ਵਿੱਚ ਰਿਡਿਊਸ ਕਰ ਲਿੱਤਾ ਜਾਂਦਾ ਹੈ, ਔਰ ਇਹ ਐਲੀਗੇਸ਼ਨ ਓਰਲ ਔਰ ਰਿਟਨ ਫਾਰਮ ਦੋਨਾਂ ਦੇ ਵਿੱਚ ਹੋ ਸਕਦੀ ਹੈ। ਬਟ ਇੱਕ ਚੀਜ਼ ਯਾਦ ਰੱਖਣ ਵਾਲੀ ਗੱਲ ਹੈ, ਆਮ ਤੌਰ ਤੇ ਜਨਰਲ ਰੂਲ ਤਾਂ ਇਹੀ ਹੈ, ਲੇਕਿਨ ਇਹਦੇ ਵਿੱਚ ਇੱਕ ਐਕਸੈਪਸ਼ਨਲ ਰੂਲ ਹੈ ਕਿ ਜਦੋਂ ਐਜ਼ ਏ ਲੀਗਲ ਮੈਂਡੇਟਰੀ ਕੰਡੀਸ਼ਨ ਹੋ ਜਾਂਦੀ ਹੈ ਕੁਝ ਆਫੈਂਸਿਸ ਦੇ ਲਈ, ਇੱਕ ਮੈਂਡੇਟਰੀ ਲੀਗਲ ਕੰਡੀਸ਼ਨ ਇਹ ਹੈ ਕਿ ਉਹਨਾਂ ਆਫੈਂਸਿਸ ਦੇ ਬਾਰੇ ਪ੍ਰੋਸੀਡਿੰਗਸ ਉਦੋਂ ਹੀ ਇਨੀਸ਼ੀਏਟ ਹੋ ਸਕਦੀਆਂ ਹਨ, ਉਹਨਾਂ ਆਫੈਂਸਿਸ ਦੇ ਬਾਰੇ ਉਦੋਂ ਹੀ ਕੌਗਨੀਅੰਸ ਲਿੱਤਾ ਜਾ ਸਕਦਾ ਹੈ ਜਾਂ ਪ੍ਰੋਸੀਕਿਊਸ਼ਨ ਇਨੀਸ਼ੀਏਟ ਕੀਤਾ ਜਾ ਸਕਦਾ ਹੈ ਜਦੋਂ
ਉਹਨਾਂ ਦੀ ਕੰਪਲੇਂਟ ਇਨ ਰਾਈਟਿੰਗ ਹੋਵੇ, ਵਿਚ ਮੀਨਸ ਕਿ ਕੁਝ ਆਫੈਂਸਿਸ ਦੇ ਲਈ ਇਹ ਜ਼ਰੂਰੀ ਹੈ ਕਿ ਕੰਪਲੇਂਟ ਜਿਹੜੀ ਹੈ ਉਹ ਰਾਈਟਿੰਗ ਦੇ ਵਿੱਚ ਹੋਵੇ। ਫॉर एग्जांपल अगर आप CRPC ਦਾ ਸੈਕਸ਼ਨ 195 ਨੂੰ ਰੈਫਰ ਕਰਾਂਗੇ ਸੋ ਆਪਾਂ ਨੂੰ ਇਸ ਕਨਸੈਪਟ ਦੇ ਬਾਰੇ ਨੌਲੇਜ ਹੋ ਜਾਏਗੀ। ਠੀਕ ਹੈ ਜੀ। ਸੋ ਜਨਰਲ ਰੂਲ ਇਹ ਹੈ ਕਿ ओरल और रिटन फॉर्म ਦੋਨਾਂ 'ਚ ਹੋ ਸਕਦੀ ਹੈ, ਲੇਕਿਨ ਐਕਸੈਪਸ਼ਨਲ ਰੂਲ ਜਿੱਥੇ ਸਪੈਸ਼ਲ ਪ੍ਰੋਸੀਜਰ ਦੱਸਿਆ ਹੋਇਆ ਹੈ, ਜਿੱਥੇ ਲੀਗਲ ਰਿਕੁਆਇਰਮੈਂਟ ਹੈ, ਉੱਥੇ ਕੰਪਲੇਂਟ ਰਾਈਟਿੰਗ ਦੇ ਵਿੱਚ ਹੋਣੀ ਜ਼ਰੂਰੀ ਹੈ। ਨੈਕਸਟ ਜਿਹੜੀ ਕੰਪਲੇਂਟ ਹੈ ਉਹ ਨੋਨ ਔਰ ਅਨਨੋਨ ਪਰਸਨ ਦੋਨਾਂ ਦੇ ਖਿਲਾਫ ਹੋ ਸਕਦੀ ਹੈ, ਰਾਈਟ। ਅਗਰ ਉਹ ਅਨਨੋਨ ਪਰਸਨ ਦੇ ਖਿਲਾਫ, ਹੁਣ ਮੰਨ ਲਓ ਪਤਾ ਹੀ ਨਹੀਂ ਹੈ ਕਿ ਆਫੈਂਸ ਕਿਹਨੇ ਕੀਤਾ ਸੀ, ਤੇ ਨੈਚੁਰਲੀ ਇਹ ਥੋੜੀ ਹੈ ਕਿ ਉਹਦੇ ਬਾਰੇ ਕੰਪਲੇਂਟ ਨਹੀਂ ਹੋ ਸਕਦੀ। ਸੋ ਅਨਨੋਨ ਪਰਸਨ ਦੇ ਖਿਲਾਫ ਜਿਹੜੀ ਕੰਪਲੇਂਟ ਹੁੰਦੀ ਹੈ ਉਹਨੂੰ ਆਪਾਂ ਆਮ ਤੌਰ ਤੇ ਇਨੈਨਿਮਸ, ਠੀਕ ਹੈ ਜੀ, ਕਿ ਕੰਪਲੇਂਟ ਅਗੇਂਸਟ ਇਨੈਨਿਮਸ ਪਰਸਨਸ ਆਪਾਂ ਉਹਨੂੰ ਟ੍ਰੀਟ ਕਰਦੇ ਹਾਂ। ਫਿਰ ਜਿਹੜੀ ਕੰਪਲੇਂਟ ਹੈ that is with regard to commission of an offense, ਕਿ ਮਤਲਬ ਜਿਹੜੀ ਅਸਲ ਦੀ ਜਿਹੜੀ ਐਲੀਗੇਸ਼ਨ ਲੱਗ ਰਹੀ ਹੈ ਉਹ ਕਿਸੇ ਆਫੈਂਸ ਦੇ ਹੋਣ ਦੇ ਬਾਰੇ ਹੋਣੀ ਚਾਹੀਦੀ ਹੈ। ਅੱਛਾ, ਉਹ ਆਫੈਂਸ ਕੋਈ ਵੀ ਹੋ ਸਕਦਾ ਹੈ, ਉਹ IPC ਆਫੈਂਸ ਵੀ ਹੋ ਸਕਦਾ ਹੈ, ਉਹ ਕਿਸੇ ਸਪੈਸ਼ਲ ਲਾਅ ਦੇ ਅੰਡਰ ਜਾਂ ਲੋਕਲ ਲਾਅ ਦੇ ਅੰਡਰ ਵੀ ਆਫੈਂਸ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਉਹ IPC ਆਫੈਂਸ ਹੀ ਹੋਵੇ। फिर नेक्स्ट कंडीशन या इंग्रेडिएंट बहुत जरूरी है, दैट इज विद द व्यू ऑफ टेकिंग एक्शन। व्यू का मतलब यह है कि इंटेंशन, कि जदों कंप्लेंट फाइल की जा रही है तो कंप्लेनेंट की इंटेंशन ही होनी चाहिए है कि इस एलीगेशन ते मैजिस्ट्रेट कोई एक्शन ले, मैजिस्ट्रेट कोई कार्रवाई करे। सो इंटेंशन की होनी चाहिए विद द व्यू। ਇਹਦਾ मतलब यह हो गया कि उस कंप्लेंट दे विच एक स्पैसिफिक प्रेयर क्लॉज होना चाहिए है, स्पैसिफिक प्रेयर होनी चाहिए है कि जो भी एलीगेशन लगाई जा रही है ऑफेंस होने दे बारे ਉਹਦੇ ਤੇ मैजिस्ट्रेट कोई एक्शन लवे। इस तो आपां इस चीज नूं भी समझ सकते हाँ कि अगर कोई कैजुअल इन्फॉर्मेशन दे रहा है, कैजुअल इन्फॉर्मेशन जिहदा मकसद, जिहदी इंटेंशन सिर्फ इंफॉर्मेशन देनी है, ना कि ये इंटेंशन है कि मैजिस्ट्रेट उहदे ते एक्शन लवे, उस चीज नूं कंप्लेंट नहीं किया जा सकता, बिकॉज उहदे विच जो इंटेंशन ऑफ द कंप्लेनेंट है उहदी कमी है। ठीक है जी, इस कंसैप्ट नूं तुसीं बेसिकली समझ लो, राइट। फिर आपां अगे चलदे हां। अगे कंप्लेंट में रिलेट टू, हुण कंप्लेंट आपां डिस्कस कर लिया कि वो IPC ऑफेंस भी हो सकता है, स्पैशल लॉ के अंडर भी, लोकल लॉ के अंडर भी। और जिहड़ी कंप्लेंट है वो कॉग्निजेबल और नॉन कॉग्निजेबल दोनों केसिस दे लई हो सकती है। हुण इहनूं समझो, देखो आम तौर पे कॉग्निजेबल ऑफेंस दे लई तां FIR लॉन्च की जाती है, लेकिन जिहड़े नॉन कॉग्निजेबल ऑफेंस है ਉਹਦੇ ਲਈ कंप्लेंट आ जाती है। बट जे आपां नूं पुछिया जावे कि कंप्लेंट दोनों ऑफेंसिस के लिए हो सकती है, द आंसर इज यस। कंप्लेंट कॉग्निजेबल एज वेल एज नॉन कॉग्निजेबल दोनों ऑफेंसिस के लिए हो सकती है। कंप्लेंट बेलेबल एज वेल एज नॉन बेलेबल दोनों ऑफेंसिस के लिए हो सकती है, विच मीनस कि कंप्लेंट किसी भी ऑफेंस के लिए हो सकती है, चाहे वो IPC है, चाहे नॉन IPC है, चाहे वो बेलेबल है, नॉन बेलेबल है, कॉग्निजेबल है, नॉन कॉग्निजेबल है, राइट। ये चीज क्लियर है। फिर कंप्लेंट दे बारे जो लॉ है वो आपां नूं चैप्टर 15 दे विच मिलदा है, फ्रॉम सैक्शन 200 टू 203। चैप्टर 15 स्पैसिफिकली डील करता है कंप्लेंट्स टू मैजिस्ट्रेट। अच्छा, जे आपां नूं ये पूछा जाए कि कंप्लेंट डिफाइंड कित्थे है, 2D च डिफाइंड है। हुण कंप्लेंट फाइल किस सैक्शन दे अंडर हुंदी है, दैट इज सैक्शन 200। अगर पूछा जाए कंप्लेंट फाइल किस सैक्शन दी हुंदी है, फिर ਇਹਦਾ स्पैसिफिक आंसर है सैक्शन 200 ਦੇ ਅੰਡਰ ਕੰਪਲੇਂਟ ਫਾਈਲ ਕੀਤੀ ਜਾਂਦੀ ਹੈ। ਨੈਕਸਟ, ਹੁਣ ਆਪਾਂ ਡਿਸਕਸ ਕੀਤਾ ਹੈ ਕਿ ਕੰਪਲੇਂਟ ਇਜ਼ ਓਨਲੀ ਵਿਦ ਰਿਗਾਰਡ ਟੂ ਕਮਿਸ਼ਨ ਆਫ ਐਨ ਆਫੈਂਸ। दैट मीन्स कि अगर कोई भी इदां दी एलीगेशन है जो कि ऑफेंस दे रिलेटेड नहीं है, ਉਹਦੇ ਲਈ कंप्लेंट मेंटेनेबल ही नहीं है। फॉर एग्जांपल, अगर कोई एलीगेशन है कि हस्बैंड ने वाइफ ਨੂੰ मेंटेनेंस नहीं दी,
हुण की मेंटेनेंस ना देना कोई ऑफेंस है, कोई क्रिमिनल ऑफेंस है? द आंसर इज नो। अगर कोई शिकायत, अगर एलिगेशन ये है कि कोई मैजिस्ट्रेट जिहड़ा है वो सैक्शन 144 या 144 ए दे अंडर प्रोसीडिंग्स कंडक्ट करे, सो ओ की है, वो भी एलिगेशन है, बट दैट इज नॉट विद रिगार्ड टू कमीशन ऑफ एन ऑफेंस, रैदर दैट इज विद रिगार्ड टू प्रिवेंशन ऑफ एन ऑफेंस। इस चीज को बड़े ध्यान नाल रखना कि एक कमीशन दे नाल रिलेटेड है, ना कि जिहड़ी प्रिवेंटिव प्रोविजनस है जिहड़ी आपां पहले लेक्चर च डिस्कस कर चुके हैं उन्हां दे रिलेटेड। लाइकवाइज अगर कोई प्रोसीडिंग सैक्शन 107 या 110 दे अंडर हो रही ਹਨ ਉਹ ਵੀ कंप्लेंट नहीं है, ਉਹ प्रोसीडिंग्स दे रिगार्डिंग कंप्लेंट मेंटेनेबल नहीं है। दैट इज इंपॉर्टेंट पॉइंट टू बी रिमेंबर्ड, राइट। फिर ਹੁਣ कंप्लेंट किद्दां दी होनी चाहिए, ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਰਿਟਨ ਵੀ ਹੋ ਸਕਦੀ ਹੈ ਔਰ ਓਰਲ ਵੀ ਹੋ ਸਕਦੀ ਹੈ, ਲੇਕਿਨ ਜੇ ਉਹ ਰਿਟਨ ਦੇ ਵਿੱਚ ਫਾਈਲ ਕੀਤੀ ਜਾਏ ਤੇ ਉਹਦਾ ਫਾਰਮੈਟ ਕੀ ਹੋਣਾ ਚਾਹੀਦਾ ਹੈ? ਕਿ ਇੱਕ ਫਾਰਮਲ ਕੰਪਲੇਂਟ ਹੋਣੀ ਚਾਹੀਦੀ ਹੈ? ਸੋ ਇਹਦਾ ਆਨਸਰ ਹੈ ਨਹੀਂ। कोई भी स्पेसिफिक फॉर्मेट, कोई भी स्पेसिफिक फॉर्म जरूरी नहीं है, कुछ भी इहदा प्रिस्क्राइब्ड नहीं किया गया। इहदा मतलब हुण अपने फॉर्मेट या फॉर्म्स कित्थे सी? शेड्यूल 2 दे विच। शेड्यूल 2 दे विच जिहड़े फॉर्मेट्स है दे डू नॉट डील विद द फॉर्मेट और फॉर्म ऑफ कंप्लेंट। कंप्लेंट दा कोई भी स्पेसिफिक फॉर्मेट या फॉर्म जरूरी नहीं है, राइट। चलो नेक्स्ट। हाँ, एक चीज याद रखना कि कंप्लेंट चाहे ओरल होवे चाहे ओ रिटन होवे, लेकिन इनग्रीडिएंट सारे पूरे होने चाहिए है। ये बहुत जरूरी चीज है कि जेडे आप इनग्रीडिएंट डिस्कस किए हैं ये सारे फुलफिल होने जरूरी है, राइट। चलो जी नेक्स्ट। हुण कंसैप्ट ऑफ डीम्ड कंप्लेंट। ये डीम्ड कंप्लेंट की चीज है, पहला आप देख लीए। देखो डीम्ड वर्ड जिथे भी यूज होता ना उत्थे ये समझ लो कि डीम्ड का मतलब है कि मन्निया जाना, कि इस तरह समझा जाए। सो वो चीज एक्चुअल दे विच है नहीं, लेकिन एक फिक्शन ऑफ लॉ है। लॉ दी एक धारणा है कि इस तरह तुसी मन लो। हुण डीम्ड कंप्लेंट की चीज है और डीम्ड कंप्लेंट की केड़ी प्रोविजन आप समझते हैं? कंप्लेंट 2D दे विच डिफाइंड है और डीम्ड कंप्लेंट नाल रिलेटेड जिहड़ी प्रोविजन है वो भी 2D च है, बट वो एक्सप्लेनेशन जिहड़ी 2D दी है दैट इज द कंसैप्ट ऑफ डीम्ड कंप्लेंट। हुण डीम्ड कंप्लेंट की चीज है पहला आप वो समझते हैं। डीम्ड कंप्लेंट का मतलब है कि मान लो अगर इनिशियली पुलिस के कोल कोई इंफॉर्मेशन आई, पुलिस वालियां नूं लग्या कि ये जिहड़ी इंफॉर्मेशन है दैट इज रिलेटिंग टू ए कॉग्निजेबल ऑफेंस, ਉਹਦੇ ਰਿਲੇਟਿੰਗ FIR ਹੋਈ, ਉਹਦੇ ਬਾਰੇ ਇਨਵੈਸਟੀਗੇਸ਼ਨ ਹੋਈ ਔਰ ਫਾਈਨਲੀ ਪੁਲਿਸ ਰਿਪੋਰਟ ਆਈ। ਬਟ ਐਕਚੁਅਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ ਉਦੋਂ ਪਤਾ ਚੱਲਿਆ ਕਿ ਐਕਚੁਅਲ ਦੇ ਵਿੱਚ ਇਹ ਜਿਹੜਾ ਆਫੈਂਸ ਇਨ ਕੁਐਸਚਨ ਹੈ ਉਹ ਕੌਗਨੀਜ਼ੇਬਲ ਨਹੀਂ ਹੈ, ਅਸਲ 'ਚ ਨॉन ਕੌਗਨੀਜ਼ੇਬਲ ਹੈ। ਸੋ शुरू च यह मन्निया गया कि कॉग्निजेबल है, लेकिन एक्चुअलिटी दे विच वो नॉन कॉग्निजेबल ऑफेंस सी। हुण आपां नूं पता है कि कॉग्निजेबल ऑफेंस दे लई, कॉग्निजेबल ऑफेंस दे लई की चीज़ां हन? FIR हुंदी है, फिर इन्वेस्टिगेशन बिना परमिशन ऑफ द कोर्ट हुंदी है और फिर पुलिस रिपोर्ट आती है। लेकिन अगर ये पता चले कि वो असल दे विच कॉग्निजेबल ऑफेंस सी नहीं, वो नॉन कॉग्निजेबल ऑफेंस सी, सो FIR हो नहीं सकती, इन्वेस्टिगेशन लिए परमिशन की जरूरत है और जिहड़ी पुलिस रिपोर्ट है वो उहदे विच बनेगी नहीं। सो इसलिए ये एक तरीके दी तुसीं मान लो कि एक प्रोसीजरल इरेगुलैरिटी होगी, एक एरर आ गया कि क्योंकि ऑफेंस है नॉन कॉग्निजेबल लेकिन प्रोसीजर फॉलो किया गया किहड़े वाला? कॉग्निजेबल वाला। हुण नॉन कॉग्निजेबल ऑफेंस दे लई की होना चाहिए सी? हुण इस एरर नूं, इस गलती नूं रैक्टिफाई करन दे लई ए डीम्ड कंप्लेंट दा कंसैप्ट आया और डीम्ड कंप्लेंट दे अकॉर्डिंगली कि जो भी वो पुलिस रिपोर्ट बनी है
ਉਹਨੂੰ ਕੰਪਲੇਂਟ ਮੰਨ ਲਿਆ ਜਾਏ, ਉਹਨੂੰ ਕੰਪਲੇਂਟ ਮੰਨ ਲਿਆ ਜਾਏ ਔਰ ਜਿਹੜਾ ਪੁਲਿਸ ਵਾਲਾ ਉਹਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ ਉਹਨੂੰ ਕੰਪਲੇਨੈਂਟ ਮੰਨ ਲਿਆ ਜਾਏ। ਸੋ ਇਹ ਅਸਲ ਦੇ ਵਿੱਚ ਡੀਮਡ ਕੰਪਲੇਂਟ ਜੇ ਹੈ ਇਹ ਕਿਸ ਪਰਪਸ ਲਈ ਹੋ ਰਹੀ ਹੈ, ਇਹ ਅਸਲ ਦੇ ਵਿੱਚ ਇੱਕ ਡੈਮੇਜ ਕੰਟਰੋਲ ਮੈਜਰ ਹੈ। ਕੀ ਡੈਮੇਜ ਕੰਟਰੋਲ ਹੋ ਰਿਹਾ ਕਿ ਪ੍ਰੋਸੀਜਰ ਦਾ ਜੋ ਹੋਣਾ ਚਾਹੀਦਾ ਸੀ ਨॉन ਕੌਗਨੀਜ਼ੇਬਲ ਆਫੈਂਸ ਦਾ ਉਹ ਫੋਲੋ ਨਹੀਂ ਹੋ ਰਿਹਾ, ਪਰ ਕਿਉਂਕਿ ਇਹਦੇ ਨਾਲ ਇਨਵੈਲਿਡ ਨਾ ਹੋ ਜਾਏ ਸਾਰੀਆਂ ਪ੍ਰੋਸੀਡਿੰਗ, ਇਹਦੇ ਨਾਲ ਜੋ ਐਕਚੁਅਲ ਦੇ ਵਿੱਚ ਵਿਕਟਮ ਹੈ ਉਹਦੇ ਨਾਲ ਇਨਜਸਟਿਸ ਨਾ ਹੋ ਜਾਏ ਔਰ ਜਿਹੜਾ ਅਕਿਊਜ਼ਡ ਹੈ ਹੀ ਸ਼ੁੱਡ ਨਾਟ ਬੀ ਗਿਵਨ ਐਨੀ ਅਨਡਿਊ ਐਡਵਾਂਟੇਜ, ਇਸੇ ਲਈ ਡੈਮੇਜ ਕੰਟਰੋਲ ਕਰਨ ਦੇ ਲਈ ਕੰਪਲੇਂਟ ਆਈ। ਅਸਲ ਦੇ ਵਿੱਚ ਇਹ ਇੱਕ ਰੈਕਟੀਫਿਕੇਸ਼ਨ ਹੋ ਰਹੀ ਹੈ, ਇੱਕ ਗਲਤੀ ਨੂੰ ਰੈਕਟੀਫਾਈ ਕੀਤਾ ਜਾ ਰਿਹਾ ਹੈ। ਸੋ ਡੀਮਡ ਕੰਪਲੇਂਟ ਦਾ ਐਕਚੁਅਲ ਦੇ ਵਿੱਚ ਪਰਪਸ ਕੀ ਹੈ ਕਿ ਉਸ ਗਲਤੀ ਨੂੰ ਜਾਂ ਉਸ ਪ੍ਰੋਸੀਜਰਲ ਐਰਰ ਨੂੰ ਠੀਕ ਕਿਵੇਂ ਕੀਤਾ ਜਾਏ। ਠੀਕ ਹੈ ਜੀ। ਹੁਣ ਡੀਮਡ ਕੰਪਲੇਂਟ ਦੇ ਵਿੱਚ ਜਿਹੜਾ ਪੁਲਿਸ ਆਫੀਸਰ ਹੈ ਉਹਨੂੰ ਆਪਾਂ ਕੰਪਲੇਨੈਂਟ ਮੰਨ ਲੈਂਦੇ ਹਾਂ, ਰਾਈਟ। ਫਿਰ ਪੋਸੀਬਲ ਪ੍ਰੋਪੋਜੀਸ਼ਨ, ਕਈ ਵਾਰ ਇਹ ਹੋ ਸਕਦਾ ਹੈ ਕਿ ਪਹਿਲਾਂ ਇਨਵੈਸਟੀਗੇਸ਼ਨ ਹੋ ਰਹੀ ਹੈ ਬਟ ਅਲਟੀਮੇਟਲੀ FIR ਹੋਈ ਅਲਟੀਮੇਟਲੀ, ਲੇਕਿਨ ਕੌਗਨੀਅੰਸ ਕਿਹਦੇ ਤੇ ਲਿੱਤਾ ਜਾ ਰਿਹਾ ਹੈ, ਉਹ ਕੰਪਲੇਂਟ ਤੇ ਲਿੱਤਾ ਜਾ ਰਿਹਾ। ਮਤਲਬ ਕ੍ਰਿਮੀਨਲ ਜਸਟਿਸ ਸਿਸਟਮ ਮੋਸ਼ਨ ਦੇ ਵਿੱਚ ਆਇਆ by way of investigation, by way of FIR, but ultimately ਕੋਰਟ ਦੇ ਵਿੱਚ ਜਿਹੜੀ ਪ੍ਰੋਸੀਡਿੰਗਸ ਇਨੀਸ਼ੀਏਟ ਹੋ ਰਹੀ ਹੈ that is on the basis of complaint। ਸੋ ਇਹ ਬੇਸਿਕਲੀ ਵੈਸੇ ਤਾਂ ਕੁਝ ਟੈਕਨੀਕਲ ਇਸ਼ੂਜ਼ ਹਨ ਪਰ ਇਹਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਐਜ਼ ਅ ਬੇਸਿਕ ਕੰਸੈਪਟ। ਇਹ ਕਦੋਂ ਪੋਸੀਬਲ ਹੈ ਡੀਮਡ ਕੰਪਲੇਂਟ, ਕਿਉਂਕਿ ਸ਼ੁਰੂ 'ਚ ਕੀ ਹੋਇਆ FIR ਹੋਈ ਇਨਵੈਸਟੀਗੇਸ਼ਨ ਹੋਈ, ਲੇਕਿਨ ਕਿਉਂਕਿ ਜਿਹੜੀ ਪੁਲਿਸ ਰਿਪੋਰਟ ਸੀ ਉਹਨੂੰ ਆਪਾਂ ਕੰਪਲੇਂਟ ਟ੍ਰੀਟ ਕੀਤਾ, ਸੋ ਅਲਟੀਮੇਟਲੀ ਕੀ ਹੋਇਆ ਇਨਵੈਸਟੀਗੇਸ਼ਨ FIR, ਲੇਕਿਨ ਅਲਟੀਮੇਟਲੀ ਪੁਲਿਸ ਰਿਪੋਰਟ ਨੂੰ ਕੰਪਲੇਂਟ ਟ੍ਰੀਟ ਕੀਤਾ। ਇਸ ਲਈ ਹੁਣ ਕੋਰਟ ਦੇ ਵਿੱਚ ਜਿਹੜਾ ਕੌਗਨੀਅੰਸ ਲਿੱਤਾ ਜਾਏਗਾ, ਜਿਹੜੀ ਪ੍ਰੋਸੀਡਿੰਗਸ ਇਨੀਸ਼ੀਏਟ ਹੋਣਗੀਆਂ ਉਹ ਕੰਪਲੇਂਟ ਤੇ ਹੋਣਗੀਆਂ ਨਾ ਕਿ ਇਨਵੈਸਟੀਗੇਸ਼ਨ ਤੇ ਹੋਣਗੀਆਂ। ਉਹਦੇ ਪ੍ਰੋਸੀਜਰ ਕੰਪਲੇਂਟ ਵਾਲਾ ਆਏਗਾ ਨਾ ਕਿ ਇਨਵੈਸਟੀਗੇਸ਼ਨ ਜਾਂ ਪੁਲਿਸ ਰਿਪੋਰਟ ਵਾਲਾ ਕੇਸ ਦਾ ਪ੍ਰੋਸੀਜਰ ਫੋਲੋ ਕੀਤਾ ਜਾਏਗਾ। ਹੁਣ ਇਹਦਾ ਕੰਟਰੇਰੀਲੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕੰਪਲੇਂਟ ਫਾਈਲ ਹੋਈ ਹੈ ਲੇਕਿਨ ਜੋ ਕੌਗਨੀਅੰਸ ਲਿੱਤਾ ਜਾ ਰਿਹਾ ਹੈ, ਜੋ ਕੋਰਟ ਦੇ ਵਿੱਚ ਕੇਸ ਜਾ ਰਿਹਾ ਹੈ, ਉਹ ਕਿਸ ਚੀਜ਼ ਤੇ ਜਾ ਰਿਹਾ ਹੈ, ਉਹ ਪੁਲਿਸ ਰਿਪੋਰਟ ਤੇ ਜਾ ਰਿਹਾ ਹੈ। ਇਹ ਬੜੇ ਧਿਆਨ ਨਾਲ ਸਮਝਣਾ। ਅੱਛਾ, ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ, ਜਿਹੜੀ ਆਪਾਂ ਪਹਿਲੀ ਪ੍ਰੋਪੋਜੀਸ਼ਨ ਕੀਤੀ ਨਾ, ਇਹ ਦੋ ਕੇਸਿਸ ਦੇ ਵਿੱਚ ਪੋਸੀਬਲ ਹੈ। ਦੋ ਕੇਸਿਸ, ਦੂਸਰਾ ਕੇਸ ਤਾਂ ਮੈਂ ਸਮਝਾਣਾ ਹੁਣੇ, ਉਹ ਪ੍ਰੋਟੈਸਟ ਪਟੀਸ਼ਨ ਵਾਲਾ ਹੈ, ਠੀਕ ਹੈ। ਹੁਣ ਉਹ ਦੂਜਾ ਕੇਸ ਹੈ ਕਿ ਅਗਰ ਇਨਵੈਸਟੀਗੇਸ਼ਨ ਹੋਈ, ਪੁਲਿਸ ਰਿਪੋਰਟ ਫਾਈਲ ਹੋਈ, ਲੇਕਿਨ ਉਸ ਪੁਲਿਸ ਰਿਪੋਰਟ ਨੂੰ ਪ੍ਰੋਟੈਸਟ ਪਟੀਸ਼ਨ, यानी इधर देखना प्रोटेस्ट पटिशन मान लिता गया और प्रोटेस्ट पटिशन के बेसिस ते कॉग्नियंस लिता गया। मैं समझाना तुहानू, कंफ्यूज ना होना। FIR हुई, इन्वेस्टिगेशन हुई और पुलिस रिपोर्ट तैयार हो गई, राइट। हुण जो पुलिस रिपोर्ट तैयार हुई तो एक तुसीं ये समझ लो कि मैजिस्ट्रेट दे कोल ऑप्शन है कि या तो वो कॉग्निजेंस उस ਜਿਹੜੀ ਪੁਲਿਸ ਰਿਪੋर्ट है ਉਹਦੇ ਤੇ ਲਏਗਾ ਜਾਂ ਕੌਗਨੀਅੰਸ ਨਹੀਂ ਲਏਗਾ, ਠੀਕ ਹੈ। ਹੁਣ ਮੰਨ ਲਓ ਜੇ ਮੈਜਿਸਟ੍ਰੇਟ ਨੇ ਕੌਗਨੀਅੰਸ ਨਹੀਂ ਲੈਣਾ, ਵਿਚ ਮੀਨਸ ਮੈਜਿਸਟ੍ਰੇਟ ਸੈਟੀਸਫਾਈਡ ਨਹੀਂ ਹੈ ਕਿ ਇਹ ਕੇਸ ਤੇ ਕੌਗਨੀਅੰਸ ਲਿੱਤਾ ਜਾਵੇ। ਹਾਂ, ਉਹਦੇ ਪਿੱਛੇ ਡਿਟੇਲਡ ਲਾਅ ਕੀ ਹੈ, ਉਹ ਕਿਹੜੀ ਕਿਹੜੀ ਚੀਜ਼ਾਂ ਨੂੰ ਕੰਸੀਡਰ ਕਰੇਗਾ, ਉਹ ਆਪਾਂ ਇਨਵੈਸਟੀਗੇਸ਼ਨ ਵਾਲੇ ਟੌਪਿਕ ਡਿਸਕਸ ਕਰਾਂਗੇ। ਐਜ਼ ਆਫ ਨਾਓ ਇੱਕ ਚੀਜ਼ ਸਮਝੋ ਕਿ ਜੇ ਉਹ ਪੁਲਿਸ ਰਿਪੋਰਟ ਤੇ ਮੈਜਿਸਟ੍ਰੇਟ ਨੇ ਕੌਗਨੀਅੰਸ ਨਹੀਂ ਲੈਣਾ ਡਿਸਾਈਡ ਕਰ ਲਿਆ, so he is required, he is duty bound to give notice to the informant। ਉਹ ਇਨਫੋਰਮੈਂਟ ਨੂੰ ਇਸ ਬਾਰੇ ਦੱਸੇਗਾ ਕਿ ਜੀ ਮੈਂ ਇਸ ਪੁਲਿਸ ਰਿਪੋਰਟ ਤੇ ਕੌਗਨੀਅੰਸ ਨਾ ਲੈਣ ਦਾ ਫੈਸਲਾ ਕਰ ਰਿਹਾ ਹਾਂ। ਸੋ ਇਨ ਦੈਟ ਕੇਸ ਫਿਰ ਉਹ ਜਿਹੜਾ ਵਿਕਟਮ ਹੈ ਜਾਂ ਇਨਫੋਰਮੈਂਟ ਹੈ ਉਹਦੇ ਕੋਲ ਇੱਕ ਓਪੋਰਚੁਨਿਟੀ ਹੁੰਦੀ ਹੈ ਕਿ ਉਹ ਮੈਜਿਸਟ੍ਰੇਟ ਨੂੰ ਕਿਸੇ ਤਰੀਕੇ ਦੇ ਨਾਲ ਸੈਟੀਸਫਾਈ ਕਰ ਸਕੇ ਕਿ
ਅਸਲ ਦੇ ਵਿੱਚ ਜੋ ਕੁਝ ਵੀ ਹੋਇਆ ਜਾਂ ਜੋ ਵੀ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਕਮੀਆਂ ਛੱਡੀਆਂ, ਉਹ ਕਮੀਆਂ ਦੇ ਕਾਰਨ ਮੈਜਿਸਟ੍ਰੇਟ ਨੂੰ ਕੋਗਨੀਅੰਸ ਨਹੀਂ ਲੈਣਾ ਦਾ ਡਿਸੀਜਨ ਰਿਵਿਊ ਕਰਨਾ ਚਾਹੀਦਾ ਹੈ। ਕਹਿਣ ਦਾ ਮਤਲਬ ਕਿ ਹੁਣ ਅਗਰ ਇਨਫੋਰਮੈਂਟ ਮੈਜਿਸਟ੍ਰੇਟ ਨੂੰ ਸੈਟੀਸਫਾਈ ਕਰਾ ਪਾਏ ਕਿ ਤੁਹਾਡਾ ਕੋਗਨੀਅੰਸ ਲੈਣਾ ਜ਼ਰੂਰੀ ਹੈ, ਔਰ ਉਹ ਕਿਵੇਂ ਸੈਟੀਸਫਾਈ ਕਰਾ ਪਾਏਗਾ? ਸਭ ਤੋਂ ਪਹਿਲਾਂ ਤਾਂ ਉਹ ਇੱਕ ਪ੍ਰੋਟੈਸਟ ਪਟੀਸ਼ਨ ਫਾਈਲ ਕਰੇਗਾ। ਠੀਕ ਹੈ ਜੀ, ਉਹ ਪ੍ਰੋਟੈਸਟ ਪਟੀਸ਼ਨ ਫਾਈਲ ਕਰੇਗਾ। ਇਟ ਇਜ਼ ਅ ਸੌਰਟ ਆਫ ਐਪਲੀਕੇਸ਼ਨ, ਇਟ ਇਜ਼ ਅ ਸੌਰਟ ਆਫ ਸਟੇਟਮੈਂਟਸ ਮੈਜਿਸਟ੍ਰੇਟ ਨੂੰ ਦੇਗਾ ਕਿ ਜੀ ਮੈਂ ਪੁਲਿਸ ਦੀ ਇਸ ਇਨਵੈਸਟੀਗੇਸ਼ਨ ਤੋਂ ਸੈਟੀਸਫਾਈਡ ਨਹੀਂ ਹਾਂ, ਔਰ ਉਹ ਹੋਗੀ ਪ੍ਰੋਟੈਸਟ ਪਟੀਸ਼ਨ। ਮਤਲਬ ਪ੍ਰੋਟੈਸਟ ਪਟੀਸ਼ਨ ਦਾ ਮਤਲਬ ਹੈ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਰਿਜ਼ਲਟ ਨੂੰ ਪ੍ਰੋਟੈਸਟ ਕਰ ਰਿਹਾ ਹੈ, ਵਿਚ ਮੀਨਸ ਕਿ ਉਹ ਉਹਨੂੰ ਚੈਲੰਜ ਕਰ ਰਿਹਾ ਹੈ। ਹਾਂ, ਚੈਲੰਜ ਕਰਨ ਦੇ ਨਾਲ ਨਾਲ ਅਗਰ ਉਹ ਮੈਜਿਸਟ੍ਰੇਟ ਨੂੰ ਸੈਟੀਸਫਾਈ ਕਰਾ ਪਾਏ, ਹੁਣ ਸੈਟੀਸਫਾਈ ਕਿਵੇਂ ਕਰਾ ਪਾਏਗਾ? ਅਗਰ ਉਹ ਕੋਈ ਇਦਾਂ ਦਾ ਸਬੂਤ ਜਾਂ ਕੋਈ ਇਦਾਂ ਦਾ ਗਵਾਹ ਜਾਂ ਕੁਝ ਵੀ ਇਦਾਂ ਦਾ ਫੈਕਟ ਮੈਜਿਸਟ੍ਰੇਟ ਦੀ ਨੌਲੇਜ ਦੇ ਵਿੱਚ ਲੈ ਕੇ ਆ ਪਾਏਗਾ ਕਿ ਸਰ ਔਨ ਦੀ ਬੇਸਿਸ ਆਫ ਦਿਸ ਤੁਸੀਂ ਕੋਗਨੀਅੰਸ ਲੈ ਸਕਦੇ ਹੋ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਮੈਜਿਸਟ੍ਰੇਟ ਉਸ ਪ੍ਰੋਟੈਸਟ ਪਟੀਸ਼ਨ ਦੇ ਬੇਸਿਸ ਤੇ ਸੈਟੀਸਫਾਈ ਹੋ ਗਿਆ। ਹੁਣ ਉਹ ਉਸ ਪੁਲਿਸ ਰਿਪੋਰਟ ਨੂੰ ਤਾਂ ਡਿਸਰਿਗਾਰਡ ਕਰ ਰਿਹਾ ਕਿ ਉਹ ਤਾਂ ਗਲਤ ਸੀ। ਉਹ ਹੁਣ ਪ੍ਰੋਟੈਸਟ ਪਟੀਸ਼ਨ ਨੂੰ ਕੰਪਲੇਂਟ ਦੀ ਤਰ੍ਹਾਂ ਟਰੀਟ ਕਰ ਰਿਹਾ ਹੈ, ਔਰ ਇਹਨੂੰ ਕੰਪਲੇਂਟ ਦੀ ਤਰ੍ਹਾਂ ਟਰੀਟ ਕਰਕੇ ਕੰਪਲੇਂਟ ਦੇ ਫਰਦਰ ਕੋਗਨੀਅੰਸ ਲਿੱਤਾ ਜਾ ਰਿਹਾ ਹੈ। ਆਈ ਹੋਪ ਤੁਸੀਂ ਇਸ ਚੀਜ਼ ਨੂੰ ਸਮਝ ਪਾ ਰਹੇ ਹੋ। ਥੋੜਾ ਜਿਹਾ ਟੈਕਨੀਕਲ ਹੈ, ਹਾਂ ਇਹਨੂੰ ਆਪਾਂ ਫਰਦਰ ਜ਼ਰੂਰ ਡਿਸਕਸ ਵੀ ਕਰਾਂਗੇ ਇਨਵੈਸਟੀਗੇਸ਼ਨ ਦੇ ਟੌਪਿਕ ਦੇ ਵਿੱਚ, ਬਟ ਐਸ ਫਾਰ ਐਸ ਦਿਸ ਕੰਪਲੇਂਟ ਕਨਸੈਪਟ ਇਜ਼ ਕੰਸਰਨਡ, ਸੋ ਇਹ ਜਿਹੜੀ ਪ੍ਰੋਪੋਜੀਸ਼ਨ ਹੈ ਇਹ ਦੋ ਕੇਸਿਸ ਚ ਆ ਸਕਦੀ, ਇੱਕ ਤਾਂ ਡੀਮਡ ਕੰਪਲੇਂਟ ਦੇ ਕੇਸ ਚ, ਔਰ ਦੂਸਰਾ ਪੋਸੀਬਲ ਹੈ ਪ੍ਰੋਟੈਸਟ ਪਟੀਸ਼ਨ ਦੇ ਕੇਸ ਦੇ ਵਿੱਚ। ਠੀਕ ਹੈ, ਹੁਣ ਦੂਸਰੀ ਪ੍ਰੋਪੋਜੀਸ਼ਨ ਕਿ ਇਨੀਸ਼ੀਅਲੀ ਫਾਈਲ ਤੱਕ ਕੰਪਲੇਂਟ ਹੋਈ, ਲੇਕਿਨ ਕੀ ਹੋਇਆ? ਕੋਗਨੀਅੰਸ ਲਿੱਤਾ ਜਾ ਰਿਹਾ ਹੈ ਪੁਲਿਸ ਰਿਪੋਰਟ ਤੇ। ਇਜ਼ ਇਟ ਪੋਸੀਬਲ? ਯੈਸ, ਦਿਸ ਇਜ਼ ਵੈਰੀ ਮਚ ਪੋਸੀਬਲ। ਉਹ ਕਿਵੇਂ ਪੋਸੀਬਲ ਆ ਪਹਿਲਾਂ ਆਪਾਂ ਇਹ ਸਮਝਦੇ ਹਾਂ। ਕੰਪਲੇਂਟ ਫਾਈਲ ਹੋਈ, ਮੈਜਿਸਟ੍ਰੇਟ ਨੂੰ ਇਹ ਲੱਗਿਆ ਕਿ ਕੰਪਲੇਂਟ ਦੇ ਵਿੱਚ ਕੁਝ ਇੰਨਾ ਦਮ ਨਹੀਂ ਹੈ, ਪਰ ਹਾਂ ਕੁਝ ਨਾ ਕੁਝ ਤਾਂ ਹੈ ਜੋ ਕਿ ਪੁਆਇੰਟ ਆਊਟ ਕਰ ਰਿਹਾ ਹੈ, ਜੋ ਕਿ ਐਟਲੀਸਟ ਇਸ ਚੀਜ਼ ਵੱਲ ਇੰਡੀਕੇਟ ਕਰ ਰਿਹਾ ਹੈ ਕਿ ਇਹਦੀ ਡਿਟੇਲਡ ਇਨਵੈਸਟੀਗੇਸ਼ਨ ਹੋਣੀ ਬਣਦੀ ਹੈ। ਕੁਝ ਨਾ ਕੁਝ ਤਾਂ ਇਦਾਂ ਦਾ ਸਕੈਮ ਹੋਇਆ ਹੈ, ਜਾਂ ਕੁਝ ਨਾ ਕੁਝ ਇਦਾਂ ਦੀਆਂ ਕਿਸੇ ਪਬਲਿਕ ਸਰਵੈਂਟ ਵੱਲੋਂ ਜਾਂ ਕਿਸੇ ਵੀ ਪਰਸਨ ਵੱਲੋਂ ਕੁਝ ਇਦਾਂ ਦੀਆਂ ਓਮਿਸ਼ਨਸ ਐਂਡ ਕਮਿਸ਼ਨਸ ਹੋਈਆਂ ਹਨ ਜਿਨ੍ਹਾਂ ਨੂੰ ਡਿਟੇਲਡ ਇਨਵੈਸਟੀਗੇਟ ਕਰਨਾ ਬਣਦਾ ਹੈ। ਸੋ ਇਨ ਦੈਟ ਕੇਸ ਮੈਜਿਸਟ੍ਰੇਟ ਕੀ ਕਰੇਗਾ ਕਿ ਹੁਣ ਕੰਪਲੇਂਟ ਤੇ ਤਾਂ ਕੋਗਨੀਅੰਸ ਨਹੀਂ ਲਏਗਾ, ਲੇਕਿਨ ਉਹ ਆਪਣੀ ਪਾਵਰ ਐਕਸਰਸਾਈਜ਼ ਕਰੇਗਾ। ਕਿਹੜੀ ਵਾਲੀ ਪਾਵਰ? ਸੈਕਸ਼ਨ 156 ਕਲੌਜ਼ 3 ਦੀ ਪਾਵਰ ਐਕਸਰਸਾਈਜ਼ ਕਰੇਗਾ, ਜਿਹਦੇ ਬੇਸਿਸ ਤੇ ਉਹ ਆਰਡਰ ਕਰੇਗਾ ਇਨਵੈਸਟੀਗੇਸ਼ਨ। ਉਹ ਇਨਵੈਸਟੀਗੇਸ਼ਨ ਆਰਡਰ ਕਰੇਗਾ, ਔਰ ਜਦੋਂ ਫਿਰ ਇਨਵੈਸਟੀਗੇਸ਼ਨ ਹੋਏਗੀ ਤਾਂ ਕੀ ਹੋਏਗਾ? ਅਲਟੀਮੇਟਲੀ ਐਫਆਈਆਰ ਹੋਏਗੀ, ਐਫਆਈਆਰ ਤੋਂ ਬਾਅਦ ਇਨਵੈਸਟੀਗੇਸ਼ਨ, ਐਂਡ ਫਾਈਨਲੀ ਉਹ ਇੱਕ ਪੁਲਿਸ ਰਿਪੋਰਟ ਤਿਆਰ ਹੋ ਜਾਏਗੀ, ਪੁਲਿਸ ਵਾਲੇ ਪੁਲਿਸ ਰਿਪੋਰਟ ਫਾਈਲ ਕਰਨਗੇ। ਹੁਣ ਹੋਇਆ ਕੀ ਸੀ, ਮੈਂ ਥੋੜਾ ਜਿਹਾ ਰਿਵਿਊ ਦੇਣਾ ਕਿ ਸਟਾਰਟਿੰਗ ਦੇ ਵਿੱਚ ਕੰਪਲੇਂਟ ਆਈ ਸੀ, ਲੇਕਿਨ ਕੋਗਨੀਅੰਸ ਲਿੱਤਾ ਜਾ ਰਿਹਾ ਹੈ ਪੁਲਿਸ ਰਿਪੋਰਟ ਤੇ। ਸੋ ਇਹ ਦੋਨੋਂ ਪ੍ਰੋਪੋਜੀਸ਼ਨਸ ਪੋਸੀਬਲ ਹਨ, ਰੈਦਰ ਇਸ ਦੇ ਦੋ ਤਰੀਕੇ ਹਨ, ਦੋ ਵੇਜ਼ ਹਨ, ਔਰ ਇਹਨੂੰ ਆਪਾਂ ਸਮਝ ਲਿਆ ਹੈ। ਹੁਣ ਇੱਥੋਂ ਆਪਾਂ ਨੂੰ ਕੰਪਲੇਂਟ ਦੇ ਬਾਰੇ ਕੁਝ ਟੈਕਨੀਕਲ ਐਸਪੈਕਟ ਵੀ ਸਮਝ ਆ ਰਹੇ ਹਨ। ਠੀਕ ਹੈ ਜੀ, ਨੈਕਸਟ ਚੱਲਦੇ ਆਪਾਂ ਲੀਗਲ ਸਿਗਨੀਫੀਕੈਂਸ, ਕਿ ਕੰਪਲੇਂਟ ਫਾਈਲ ਕਰਨ ਦਾ ਲੀਗਲ ਸਿਗਨੀਫੀਕੈਂਸ ਕੀ ਹੈ, ਪਹਿਲਾਂ ਆਪਾਂ ਉਹ ਸਮਝ ਲੈਂਦੇ ਹਾਂ। ਦੇਖੋ, ਕ੍ਰਿਮੀਨਲ ਜਸਟਿਸ ਸਿਸਟਮ ਨੂੰ ਮੋਸ਼ਨ ਦੇ ਵਿੱਚ ਲੈ ਕੇ ਆਣਾ, ਕਹਿਣ ਦਾ ਮਤਲਬ ਅਗਰ ਮੰਨ ਲਓ, ਅਗਰ ਮੈਂ ਲੇਮੈਨ ਦੀ ਲੈਂਗੁਏਜ ਕਹਾਂ ਕਿ ਕੋਈ ਅਫੈਂਸ ਹੋ ਗਿਆ, ਹੁਣ ਉਸ ਵਿਕਟਮ ਨੂੰ ਜਸਟਿਸ ਚਾਹੀਦਾ ਹੈ। ਜਸਟਿਸ ਚਾਹੀਦਾ, ਇਹਦਾ ਮਤਲਬ ਉਹਨੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਫੋਲੋ ਕਰਨਾ ਹੈ। ਹੁਣ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਫੋਲੋ ਕਰਨ ਦੇ ਲਈ ਦੇਰ ਆਰ ਟੂ ਵੇਜ਼। ਸੋ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਫੋਲੋ ਕਰਨ ਦੇ ਦੋ ਹੀ ਤਰੀਕੇ ਹਨ। ਪਹਿਲਾ ਤਰੀਕਾ ਹੈ ਐਫਆਈਆਰ ਲੌਜ ਹੋਣਾ, ਦੂਸਰਾ ਤਰੀਕਾ ਹੈ
ਕੰਪਲੇਂਟ ਫਾਈਲ ਹੋਣਾ। ਰਿਮੈਂਬਰ ਦਿਸ ਥਿੰਗ। ਬਸ ਦੋ ਹੀ ਤਰੀਕੇ ਹਨ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਮੋਸ਼ਨ ਦੇ ਵਿੱਚ ਲੈਣ ਆਉਣ ਦੀ। ਹੁਣ ਦੋਨਾਂ ਦੇ ਨਾਲ ਕੀ ਹੋ ਰਿਹਾ, ਐਫ ਆਈ ਆਰ ਹੈ ਉਹਦੇ ਨਾਲ ਵੀ ਕ੍ਰਿਮੀਨਲ ਜਸਟਿਸ ਸਿਸਟਮ ਮੋਸ਼ਨ ਚ ਆ ਰਿਹਾ ਹੈ। ਹਾਂ ਫਰਕ ਕੀ ਹੈ ਕਿ ਐਫ ਆਈ ਆਰ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ, ਪੁਲਿਸ ਰਿਪੋर्ट ਆएगी, ਉਹਦੇ बेसिस ਤੇ कॉग्निजेंस लिता जाएगा, फिर कोर्ट च केस चलेगा। लेकिन कंप्लेंट के बेसिस ਤੇ ਕੀ ਹੋਏਗਾ, कंप्लेंट के बेसिस ਤੇ आम तौर ਤੇ ਕੀ ਹੁੰਦਾ ਹੈ ਕਿ कंप्लेंट आएगी और मैजिस्ट्रेट कंप्लेंट ਦੇ कॉग्निजेंस लेके कोर्ट ਦੇ ਵਿੱਚ केस स्टार्ट हो जाएगा, विच मीनस कि ਇੱਥੇ इन्वेस्टिगेशन नहीं होएगी। बट ਦੋਨਾਂ ਨਾਲ हो ਕੀ ਰਿਹਾ है, क्रिमिनल जस्टिस सिस्टम मोशन च आ रहा है। हाँ कंप्लेंट ਜਿਹੜਾ ਹੈ ਉਹਦੇ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਸਕੋਪ ਜ਼ਰੂਰ ਹੈ, ਉਹ ਆਪਾਂ ਉਹਦਾ ਹਿੰਟ ਮੈਂ ਤੁਹਾਨੂੰ ਹੁਣੇ ਦਿੱਤਾ ਹੀ ਹੈ, ਡਿਟੇਲ ਲੋ ਆਪਾਂ ਡਿਸਕਸ ਕਰਾਂਗੇ। ਬਟ ਲੀਗਲ ਸਿਗਨੀਫੀਕੈਂਸ ਜੋ ਹੈ ਕੰਪਲੇਂਟ ਫਾਈਲ ਕਰਨ ਦਾ, that is to bring criminal justice system into motion। ਹੁਣ ਇੱਕ ਹੋਰ ਚੀਜ਼ ਹੈ, ਜਦੋਂ ਕੰਪਲੇਂਟ ਫਾਈਲ ਹੁੰਦੀ ਹੈ ਨਾ, ਇੱਕ ਤਾਂ ਫਰਕ ਇਹ ਹੋ ਗਿਆ ਕਿ ਕੰਪਲੇਂਟ ਫਾਈਲ ਹੁੰਦੀ ਹੈ ਉਹਦੇ ਚ ਫਿਰ इन्वेस्टिगेशन नहीं होएगी, एफ आई आर होंगी है तो इन्वेस्टिगेशन है, तो जनरली कंप्लेंट फाइल होंगी है तो नो इन्वेस्टिगेशन। ये तो हो गया क्रिमिनल जस्टिस सिस्टम नु मोशन च लेके आने दा फर्क ही है। दूसरा ਇਹਦਾ फर्क है ट्रायल दे बेसिस ते। ट्रायल दे बेसिस ते है कि ट्रायल दे प्रोसीजर दा ਜਿਹੜਾ ट्रायल दा प्रोसीजर है वो भी किते ना किते डिफरेंट है in case of FIR case और on the other hand in case कि अगर वो कंप्लेंट केस है। जिवें कि अगर आप ट्रायल के प्रोसीजर ਨੂੰ देखिए अच्छे तरीके नाल, सो ਉਹਦੇ ਚ ਆਪਾਂ ਨੂੰ पता चलता है कि ਜਿਹੜਾ ट्रायल ਦਾ प्रोसीजर है ਉਹ किते ना किते ਜਿਹੜਾ पुलिस रिपोर्ट वाला प्रोसीजर है ਉਹਦੇ ਨਾਲੋਂ डिफरेंट है। सैक्शन 244 तो 247 ऑफ CRPC एक्सक्लूसिवली प्रोसीजर ऑफ ट्रायल ना डील करता है इन केस ऑफ कंप्लेंट केस। कंप्लेंट केस का डिफरेंट ट्रायल का भी प्रोसीजर है। होप कि तुहानू समझ आ गया है। हुण अगे कॉन्सैप्ट यह है कि कंप्लेंट नू अमेंड किया जा सकता है, अगर क्रिमिनल कंप्लेंट फाइल हुई है कि उन्होंने अमेंड किया जा सकता है। द आंसर इज जनरली नो, एक्सैप्शनली किया जा सकता है। सुप्रीम कोर्ट का एक लैंडमार्क केस है SR सुकुमार केस। ये सुप्रीम कोर्ट ने बहुत इलस्ट्रेटिवली और काफ़ी डिटेल दे विच विद मच क्लैरिटी लॉ रिलेटिंग टू अमेंडमेंट ऑफ कंप्लेंट ਨੂੰ डिस्कस किया है। ਇਹਦੇ ਚ ਆਪਾਂ ਨੂੰ पता चलता है कि सुप्रीम कोर्ट ने समझाया कि आम तौर ते कंप्लेंट ਨੂੰ अमेंड नहीं किया जा सकता। मतलब एक बार तुसी अगर कंप्लेंट फाइल कर ली है ਉਹਦੀ अमेंडमेंट आम तौर ते ऑर्डिनरीली पॉसिबल नहीं है, लेकिन एक्सैप्शनली हो सकती हैं। कदों हो सकती हैं, जदों तुसी किसी इनफर्मिटी नू अमेंड करना है, मतलब किसी तुसी एरर नू, कोई क्लैरिकल या अर्थमैटिकल मिस्टेक है अगर उन्होंने अमेंड करना है, जिवें राम सिंह की जगह श्याम सिंह लिखा गया, 6 की जगह 9, 9 की जगह 6 आ गया, सिर्फ उन्हीं केसेस दे विच तां कंप्लेंट अमेंड हो सकती है। हाँ इसकी शर्त की है, शर्त यह है कि यह सिंपल इनफर्मिटी होवे जो कि केस दी मैरिट्स नू, जो कि केस दे फैक्ट्स नू ना चेंज करे। जदों तक वो इदा दी इनफर्मिटी है जो कि केस दी मैरिट्स नू या फैक्ट्स नू नहीं चेंज कर रही, जदों तक वो सिर्फ क्लैरिकल या अर्थमैटिकल एरर है, उदों तक कंप्लेंट नू अमेंड किया जा सकता है। रैदर उस केस दे विच तां कंप्लेंट नू अमेंड करना डिजायरेबल भी होएगा, बिकॉज उहदे नाल कोई कन्फ्यूजन नहीं होएगी, कन्फ्यूजन के चांसिस नू रूल आउट किया जा सकता है। देयरफॉर आप ये कह सकते हाँ कि कंप्लेंट ऑर्डिनरीली अमेंड नहीं होंदी, एक्सैप्शनली ही कंप्लेंट अमेंड होंदी है। ठीक है जी। फिर नेक्स्ट है कि FIR अगर पहला हो जाए तो कि बाद दे विच
कंप्लेंट हो सकती है, या अगर पहला कंप्लेंट फाइल हो जाए तो कि बाद दे विच FIR हो सकती है। देखो CRPC इज साइलेंट अबाउट दिस एस्पेक्ट। कहने का मतलब यह है कि देयर इज नो बार इन प्रोसीजरल लॉ जिथों ये चीज पता चले कि FIR होने तो बाद कंप्लेंट नहीं हो सकती, या कंप्लेंट होने तो बाद FIR नहीं हो सकती। रैदर वन स्टेप अहेड सैक्शन 210 इदा दे प्रोसीजर के बारे गल करता है, जिदे च ये पता लगता है कि कंप्लेंट भी है और FIR भी हो रखी है। सो केड़ा सैक्शन है? सैक्शन 210। हुण आपां इहनूं समझ लेंदे हां कि अगर कंप्लेंट दी प्रोसीडिंग्स चल रही हन कोर्ट दे विच और कोर्ट दी नॉलेज दे विच ये फैक्ट आंदा है कि FIR हो चुकी है और पुलिस वालों इन्वेस्टिगेशन चल रही है। सो ਉਹਦਾ प्रोसीजर सैक्शन 210 ਦੇ ਵਿੱਚ ਦੱਸਿਆ ਗਿਆ ਹੈ। प्रोसीजर ये है कि कोर्ट ਹੁਣ जो भी प्रोसीडिंग्स चल रही ਹਨ कंप्लेंट केस ਦੇ ਵਿੱਚ ਉਹਨਾਂ ਤੇ ਸਟੇ ਲਗਾ ਦੇਗੀ, ਉਹਨਾਂ ਨੂੰ ਹਾਲਟ ਕਰ ਦੇਗੀ। ਕਦੋਂ ਤੱਕ? ਕੋਰਟ ਵੇਟ ਕਰੇਗੀ ਜਦੋਂ ਤੱਕ ਜੋ FIR केस ਦੇ बेसिस ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਜਦੋਂ ਤੱਕ ਪੂਰੀ ਨਹੀਂ ਹੋ ਜਾਂਦੀ, ਜਦੋਂ ਤੱਕ ਚਲਾਨ ਨਹੀਂ ਫਾਈਲ ਹੋ ਜਾਂਦਾ। दैट मीन्स कि इमीडिएट, ठीक है जी, इमीडिएट जिहड़ा ऑर्डर है या मेजर है वो यही है कि वो स्टे कर दिता जाएगा। कदों तक? टिल द कंक्लूजन ऑफ इन्वेस्टिगेशन। हुण इन्वेस्टिगेशन कंक्लूड होगी, पुलिस रिपोर्ट फाइल होगी। हुण पुलिस रिपोर्ट फाइल होगी तो दो ही पॉसिबिलिटीज हैं। पहला कि उस पुलिस रिपोर्ट के बेसिस से कॉग्निजेंस लिता जा रहा है, दूसरा उस पुलिस रिपोर्ट के बेसिस से कोर्ट कॉग्निजेंस नहीं लेगी। कॉग्निजेंस दा लॉ या क्यों लिता जाएगा, किस बेसिस से, वो डिफरेंट टॉपिक है, उन्होंने आप डिफरेंट ही क्लास दे विच डिस्कस करांगे। सो कॉग्निजेंस अगर ता नहीं लिता गया फिर तो मैटर खत्म। लेकिन मान लो अगर कॉग्निजेंस लिता गया है, इसका मतलब यह है कि हुण पुलिस रिपोर्ट से भी कॉग्निजेंस लिता जा चुका है और कंप्लेंट प्रोसीडिंग्स ऑलरेडी चल रही सी। फिर की होएगा? फिर ज्वाइंट ट्रायल होएगा। मतलब दोनों प्रोसीडिंग जेड़ियां हन वो चलन गया, पुलिस रिपोर्ट और कंप्लेंट केस दोनों का ज्वाइंट ट्रायल होएगा। कई बार इनू कंसोलीडेशन के कंसैप्ट नाल, कंसोलीडेशन ऑफ केसेस के कंसैप्ट नाल कंफ्यूज किया जाता है। बट लेट मी मेक दिस पॉइंट वेरी क्लीयर, सुप्रीम कोर्ट ने इस चीज को बहुत बार क्लीयर किया है कि कंसोलीडेशन ऑफ केसेस का कंसैप्ट सिर्फ सिविल मैटर दे विच हो सकता है, क्रिमिनल मैटर च नहीं हो सकता। ਇਹਦੇ ਵਿੱਚ ਕੀ ਹੋਏਗਾ कि दोनों प्रोसीडिंग ਜਿਹੜੀਆਂ ਹਨ ਉਹ ਇਕੱਠੀਆਂ ਦੋਨਾਂ ਦਾ ਜੁਆਇੰਟ ट्रायल होएगा। लेकिन दूसरी पॉसिबिलिटी सी कि ਜਦੋਂ कॉग्निजेंस नहीं लिता गया, ਜਦੋਂ कॉग्निजेंस नहीं लिता गया फिर तो बहुत सिंपल है कि जो पुलिस रिपोर्ट तो हम खत्म होगी, दैट इज नो मोर इनटू एग्जिस्टेंस, और जो कंप्लेंट केस की प्रोसीडिंग चल रही सी वो स्टे वेकेट हो जाएगा और कंप्लेंट केस ही कंटिन्यू करेगी। कंप्लेंट केस के बेसिस ते ही फर्दर प्रोसीडिंग्स कंडक्ट की जाएगी। ठीक है जी। सो इथों ये पॉइंट अपने क्लीयर हो जाता है। फिर नेक्स्ट लोकस स्टैंडाई का रूल, ये बड़ा इंपॉर्टेंट कंसैप्ट है। रूल ऑफ लोकस स्टैंडाई। लोकस स्टैंडाई एक इदा दा वर्ड है, इसका मतलब होता है व्हाट इज यूर अथॉरिटी, व्हाट इज यूर अथॉरिटी या कैपेसिटी। मतलब तुसी किस अधिकार दे नाल, किस कैपेसिटी दे नाल तुसी इत्थे हो, या तुसी जे कोई चीज मांग रहे हो कोर्ट तो तुसी किस बेसिस ते मांग रहे हो। सो नाउ द क्वेश्चन इज कि लोकस स्टैंडाई दा रूल कंप्लेंट केस दे विच एप्लीकेबल है। द क्वेश्चन इज, लीगल इशू ये है कि कंप्लेंट कोई भी फाइल कर सकता है या सिर्फ एग्रीव्ड पर्सन ही कंप्लेंट फाइल कर सकता है, कि कंप्लेंट नू फाइल करन दे लई कोई ओ ऑफेंस दे नाल रिलेटेड होना जरूरी है कि नहीं है। सो इसका आंसर है कि लोकस स्टैंडाई दा रूल वही है जो कि FIR रजिस्ट्रेशन दे केस दे विच एप्लीकेबल है।
ਹੁਣ FIR ਰਜਿਸਟ੍ਰੇਸ਼ਨ ਕੇਸ ਦੇ ਵਿੱਚ there is no rule of locus standi, which means ਕਿ ਅਗਰ ਕੋਈ ਪਰਸਨ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਆ ਰਿਹਾ ਹੈ ਸੈਕਸ਼ਨ 154 ਦੇ ਵਿੱਚ, ਪੁਲਿਸ ਉਹਦੇ ਤੋਂ ਲੋਕਸ ਸਟੈਂਡੀ ਇਨਕੁਆਇਰ ਨਹੀਂ ਕਰੇਗੀ। ਪੁਲਿਸ ਇਹ ਨਹੀਂ ਪੁੱਛੇਗੀ ਕਿ ਤੁਸੀਂ ਕੌਣ ਹੋ, ਤੁਹਾਡਾ ਕੀ ਲੈਣਾ ਦੇਣਾ ਆਫੈਂਸ ਦੇ ਨਾਲ, ਕਿ ਤੁਹਾਡੇ ਖਿਲਾਫ ਹੋਇਆ ਹੈ ਜਾਂ ਤੁਸੀਂ ਉਹਦੇ ਰਿਸ਼ਤੇਦਾਰ ਹੋ ਨਹੀਂ ਹੋ। ਇਸ ਕੁਐਸਚਨ ਦੇ ਵਿੱਚ ਪੁਲਿਸ ਨਹੀਂ ਜਾਏਗੀ। ਪੁਲਿਸ ਸਿੱਧਾ उस इंफॉर्मेशन ਨੂੰ रिकॉर्ड करेगी और FIR लॉन्च कर देगी। लाइकवाइज कंप्लेंट केस ਦੇ ਵਿੱਚ ਵੀ लोकस स्टैंडी ਦਾ प्रिंसिपल रूल एप्लीकेबल नहीं है, ਜਿਹਦਾ मतलब ਇਹ ਹੈ कि कोई भी पर्सन, ठीक है जी, कंप्लेंट किया और एनी पर्सन, कोई भी पर्सन चाहे वो केस नाल रिलेटेड है या नहीं रिलेटेड, चाहे वो रिलेटिव है या नहीं, चाहे वो फ्रेंड है या नहीं, ईवन जे वो स्ट्रेंजर भी है, मतलब ओदा केस दे नाल डायरेक्टली या इनडायरेक्टली कोई ताल्लुक ही नहीं है, कोई कनेक्शन ही नहीं है, even in that case complaint can be filed by any person and that person shall be known as complainant। ठीक है जी। लेकिन ਇਹਦੇ ਵਿੱਚ ਇੱਕ ਲੇਕਿਨ ਹੈ, ਉਹ ਬੜਾ ਜ਼ਰੂਰੀ ਹੈ। ਲੇਕਿਨ ਇਹ ਹੈ ਕਿ ਕੁਝ ਐਕਸੈਪਸ਼ਨਲ ਰੂਲ ਹਨ ਜਿੱਥੇ ਕੰਪਲੇਂਟ ਕੈਨ ਬੀ ਫਾਈਲਡ ਓਨਲੀ ਬਾय ਦੀ ਐਗਰੀਵਡ ਪਰਸਨ। ਠੀਕ ਹੈ ਜੀ, ਸਿਰਫ ਐਗਰੀਵਡ ਪਰਸਨ। ਜਿਵੇਂ ਕਿ ਆਪਾਂ ਦੇਖਾਂਗੇ ਕਿ ਸੈਕਸ਼ਨ 198 198A 199 CRPC ਦੇ ਵਿੱਚ, ਜਿਵੇਂ ਕਿ ਫॉर एग्जांपल ਮੈਟ੍ਰੀਮੋਨੀਅਲ ਆਫੈਂਸਿਸ ਦੇ ਲਈ ਅਗਰ ਕੋਈ ਮੈਰਿਜ ਦੇ ਅਗੇਂਸਟ ਆਫੈਂਸ ਹੋਇਆ ਹੈ ਤੇ ਉਹਦੀ ਕੰਪਲੇਂਟ ਸਿਰਫ ਐਗਰੀਵਡ ਪਰਸਨ ਹੀ ਕਰ ਸਕਦਾ ਹੈ। ਸੋ ਇਨ੍ਹਾਂ ਕੇਸਿਸ ਦੇ ਵਿੱਚ ਐਜ਼ ਐਨ ਐਕਸੈਪਸ਼ਨਲ ਰੂਲ ਕੰਪਲੇਂਟ ਸਿਰਫ ਐਗਰੀਵਡ ਪਰਸਨ ਕਰ ਸਕਦਾ ਹੈ। ਬਟ ਆਮ ਤੌਰ ਤੇ ਜੋ ਜਨਰਲ ਰੂਲ ਹੈ ਉਹ ਹੈ ਕਿ ਕੰਪਲੇਂਟ ਕੈਨ ਬੀ ਫਾਈਲਡ ਬਾय ਐਨੀ ਪਰਸਨ। ਹੁਣ ਕਈ ਵਾਰ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਕਿ ਕੰਪਲੇਂਟ ਫਾਈਲ ਕਰਨ ਵਾਲਾ ਜਿਹੜਾ ਕੰਪਲੇਨੈਂਟ ਹੈ कि जो वो एलिगेशन लगा रहा है, जो वो इन्फॉर्मेशन दे रहा है, कि ਉਹਦੀ पर्सनल नॉलेज ਦੇ बेस्ड होनी चाहिए है। द आंसर इज नो। पर्सनल नॉलेज ਇਹ ਸਾਰੀਆਂ ਚੀਜ਼ਾਂ ਨਾ ਤੁਸੀਂ ਲਿਖ ਲੈਣਾ, ਬਹੁਤ ਜ਼ਰੂਰੀ ਹੈ। ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦੀਆਂ ਹਨ ਘੁਮਾ ਫਿਰਾ ਕੇ ਵੀ ਡਾਇਰੈਕਟਲੀ। पर्सनल नॉलेज नॉट नेसेसरी, मतलब ਇਹ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਸ ਬੰਦੇ ਨੇ ਉਸ ਕ੍ਰਾਈਮ ਨੂੰ ਦੇਖਿਆ ਹੋਵੇ ਜਾਂ उस क्राइम ਉਹਦੇ ਨਾਲ ਹੋਇਆ ਹੋਵੇ। पर्सनल नॉलेज ਤਾਂ ਉਹਦੀ ਹੋ ਸਕਦੀ ਨਾ ਜਿਹਨੇ ਜਾਂ ਤਾਂ ਉਸ ਕ੍ਰਾਈਮ ਨੂੰ ਵਿਟਨੈਸ ਕੀਤਾ ਹੈ ਜਾਂ ਉਹ ਵਿਕਟਮ ਹੈ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਕੰਪਲੇਂਟ ਫਾਈਲ ਵੇਲੇ ਉਹ ਪਰਸਨ ਦੀ ਪਰਸਨਲ ਨੌਲੇਜ ਹੋਵੇ। ਹਾਂ, ਆ ਕੇਸਿਸ ਜਿਹੜੇ ਐਕਸੈਪਸ਼ਨਲ ਰੂਲ ਆਪਾਂ ਡਿਸਕਸ ਕੀਤਾ ਹੈ ਉੱਥੇ ਤਾਂ ਪਰਸਨਲ ਨੌਲੇਜ ਹੋਣੀ ਜ਼ਰੂਰੀ ਹੀ ਹੈ। ऑब्वियस है कि एग्रीड पर्सन की पर्सनल नॉलेज होएगी, बट एज ए मैटर ऑफ जनरल रूल पर्सनल नॉलेज होनी जरूरी नहीं है। ठीक है जी। हुण एक कंसैप्ट आंदा है डी फैक्टो कंप्लेनेंट एंड डी जूरे कंप्लेनेंट। दिस इज वेरी इंपॉर्टेंट। डी फैक्टो कंप्लेनेंट का मतलब है वो पर्सन जिन्हें कंप्लेंट फाइल की है, वो पर्सन जिन्हें कंप्लेंट फाइल की है, बट वो नैसेसरली विक्टिम नहीं है। ठीक है जी, वो नैसेसरली विक्टिम नहीं है। ठीक है जी, एनी पर्सन अदर देन विक्टिम, एनी पर्सन। ठीक है जी। डी जूरे, अच्छा डी फैक्टो का मतलब होता है एज ए मैटर ऑफ फैक्ट, एज ए मैटर ऑफ फैक्ट। और डी जूरे का मतलब है एज ए मैटर ऑफ लॉ, एज ए मैटर ऑफ लॉ। सो इनू थोड़ा जा होर मैं करैक्ट कर रहा हाँ कि डी फैक्टो का मतलब है कि एक्चुअल दे विच जिहड़ा विक्टिम है। सो एनी पर्सन हु इज विक्टिम या एग्रीव्ड ऑफ द ऑफेंस। और डी जूरे जिहड़ा सिर्फ लॉ दे विच है, मतलब एनी पर्सन अदर देन विक्टिम या एग्रीड पर्सन, ਉਹਨੂੰ ਆਪਾਂ डी जूरे कंप्लेनेंट किया जा सकता है। कंप्लेंट दा लॉ है कि विक्टिम डी फैक्टो कंप्लेनेंट
और नॉन विक्टिम डी जूरे कंप्लेनेंट हो सकता है। कोर्ट विल नॉट इंक्वायर इनटू द क्वेश्चन एक्सेप्ट जे स्पेशल ਇਹਦਾ ਦੀ ਪ੍ਰੋਵੀਜ਼ਨ ਹੈ, ਜੇ ਇੱਕ ਲੀਗਲ ਰਿਕੁਆਇਰਮੈਂਟ ਹੈ that the complaint has to be filed by agreed person, ਜਿਹਦੇ ਐਗਜ਼ਾਮਪਲਸ ਵੀ ਆਪਾਂ ਇੱਥੇ ਡਿਸਕਸ ਕਰ ਚੁੱਕੇ ਹਾਂ। ਠੀਕ ਹੈ ਜੀ। ਉਹ ਨੈਕਸਟ ਇਜ਼ ਕੰਪਲੇਂਟ। ਜਿਵੇਂ ਆਪਾਂ ਡਿਸਕਸ ਕੀਤਾ ਕਿ ਅਸਲ ਦੇ ਵਿੱਚ ਕੰਪਲੇਂਟ ਦਾ ਲੀਗਲ ਸਿਗਨੀਫੀਕੈਂਸ ਇਹ ਹੈ ਕਿ ਕੰਪਲੇਂਟ ਦੇ ਬੇਸਿਸ ਤੇ ਕ੍ਰਿਮੀਨਲ ਜਸਟਿਸ ਸਿਸਟਮ ਮੋਸ਼ਨ ਚ ਆਉਂਦਾ ਹੈ। ਔਰ ਕ੍ਰਿਮੀਨਲ ਜਸਟਿਸ ਸਿਸਟਮ ਮੋਸ਼ਨ ਚ ਕਿਵੇਂ ਆਉਂਦਾ ਕੰਪਲੇਂਟ ਦੇ ਕੇਸ 'ਚ ਕਿ ਕੋਰਟ ਉਹਦਾ ਕੌਗਨੀਅੰਸ ਲੈਂਦੀ ਹੈ ਔਰ ਕੌਗਨੀਅੰਸ ਲੈਣ ਤੋਂ ਬਾਅਦ ਕ੍ਰਿਮੀਨਲ ਪ੍ਰੋਸੀਡਿੰਗਸ ਇਨੀਸ਼ੀਏਟ ਹੋ ਜਾਂਦੀਆਂ ਨੇ। ਠੀਕ ਹੈ। ਹੁਣ ਕੰਪਲੇਂਟ ਜਿਹੜਾ ਹੈ ਉਹਦੇ ਬੇਸਿਸ ਤੇ ਕੌਗਨੀਅੰਸ ਲਿੱਤਾ ਜਾਂਦਾ ਹੈ ਕਿਹੜੀ ਪ੍ਰੋਵੀਜ਼ਨ ਦੇ ਅੰਡਰ? ਸੈਕਸ਼ਨ 190 clause 1 sub clause A। so this is important provision। ਹੁਣ कंप्लेंट फाइल करना जरूरी है या नहीं जरूरी? देखो एज फार एज ऑप्शनल फाइलिंग इज कंसर्न, अगर कोई ऑफेंस कॉग्निजेबल ऑफेंस है और उत्थे ये लीगल रिक्वायरमेंट नहीं है कि कंप्लेंट फाइल की जाए, फिर तो इट इज ऑप्शनल फाइलिंग। लेकिन किते किते कंप्लेंट ही फाइल की जाएगी, जिमें कि अगर वो नॉन कॉग्निजेबल ऑफेंस है या अगर किते लीगल रिक्वायरमेंट है कि इस ऑफेंस दे लई कंप्लेंट ही फाइल की जाएगी। इदां दे बहुत सारे ऑफेंसेस हुंदे हन जिहदे लई एक कंडीशन हुंदी है कि कंप्लेंट ही फाइल होएगी, याद रखना। ठीक है जी। जिवें मैं तुहानूं इंस्टांस दिता है लाइक ਜਿਹੜੇ ऑफेंसेस अगेंस्ट मैरिज ਹਨ ਉਹਦੇ कंप्लेंट ही फाइल होएगी, राइट। जिवें डेफामेशन है उस भी कंप्लेंट ही फाइल होएगी, चाहे वो डेफामेशन किसी प्राइवेट पर्सन के अगेंस्ट है, चाहे वो डेफामेशन किसी हाई डिग्निटरी के अगेंस्ट है, उत्थे कंप्लेंट ही फाइल होएगी। मतलब मैंडेटरी फाइलिंग ऑफ कंप्लेंट का कंसैप्ट उत्थे एप्लीकेबल होएगा। ठीक है। ਇਹਦੇ ਨਾਲ ही ਆਪਾਂ कंप्लेंट के इस कंसैप्ट ਨੂੰ कंक्लूड करते हैं। एंड आई होप कि तुहानू एक कंसैप्ट समझ आया होएगा और इसका फायदा की होएगा कि जो आप कंप्लेंट का लॉ डिटेल दे विच डिस्कस करांगे, जो आप कॉग्निजेंस का लॉ डिटेल दे विच डिस्कस करांगे चैप्टर 14 एंड 15, उदों तुहानू वो वाले लॉ समझण दे विच बहुत ही आसानी होएगी। और हाँ, कुछ स्टूडेंट्स सगों एक अपनी ओपीनियन या स्टेटमेंट दे रहे सी कि सर ये जिहड़ा तुसीं क्लासेस लगा रहे हो, इन्हां नूं लगाउण तो बाद तां सानूं ये लग रहा है कि ये साडी डेफिनेशन भी हो चुकी है और साडा कंसैप्ट भी क्लीयर हो गया है। बट मैं तुहानूं ये कहांगा कि हजे वेट करो, हजे थोड़ा जिहा हौसला रखो। ताडी डेफिनेशन क्लीयर हो गई है, लेकिन ये ना बेसिक कंसैप्ट क्लीयर होया है। ये कहना ठीक होएगा कि डेफिनेशन हो गई और बेसिक कंसैप्ट हो गया, लेकिन ये कहना कि साडा पूरे का पूरा कंसैप्ट क्लीयर हो गया है, डिटेल्ड अंडरस्टैंडिंग बन गई है, या असी जो भी प्रोपोजिशन है या क्वेश्चन जिस तरीके नाल भी आ जाए वो असी कर सकते हाँ, हजे उहदे तुहानूं वेट करनी पएगी। उहदे लई जदों आपां डिटेल्ड टॉपिक्स जावांगे फिर तुहानूं पता लगेगा कि इस तो अगे भी बहुत सारिया इदां दी चीज़ां हन, बहुत सारे सुप्रीम कोर्ट दी जजमेंट्स आपां डिस्कस करांगे, बहुत सारे लीगल प्रोपोजिशन नूं डिस्कस करांगे और बहुत सारिया लीगल प्रोविजनस भी है जिहड़ियां आपां हले डिस्कस करनियां हन। सो ठीक है, मतलब मेरा परपस तो यही सी कि तुहानूं इस चीज़ दे नाल कॉन्फिडेंस आए, तुहानूं ये लगे कि हाँ सानूं समझ आ रहा है। और मैनूं लगदा कि जे तुसीं ये स्टेटमेंट दे रहे हो तो मेरे इस इनिशिएटिव का या मेरे एफर्ट का रिजल्ट आ रहा है कि तुहानूं वो चीज़ समझ आ रही है, तुहानूं कॉन्फिडेंस आ रहा है। ठीक है जी। बट वेट करो डिटेल्ड कंसैप्ट्स दी, वो बहुत जरूरी है, वो बिना हजे अपनी तैयारी इनकंप्लीट ही रहेगी। ठीक है। ਇਹਦੇ ਨਾਲ अपना ये टॉपिक कंप्लीट ਹੁੰਦਾ है। हाँ, इस तो पहला जो अपना चार्ज वाला क्लास चल रही सी ਉਹਦੇ 'ਚ कुछ टैक्नीकल एरर्स के कारण क्लास ਵਿੱਚ ਉਹਦੀ इंटरप्ट हो गई सी। बट मैं ਉਹਦਾ एक देखो ਇੱਥੇ ਇਸ ਤਰ੍ਹਾਂ ਨਹੀਂ ਹੈ ਕਿ ਜੇ ਡਿਊ ਟੂ ਸਮ ਟੈਕਨੀਕਲ ਐਰਰਸ ਤੁਹਾਡੇ ਵੱਲੋਂ ਜਾਂ ਮੇਰੇ ਵੱਲੋਂ ਕਿ ਅਗਰ ਕਲਾਸ ਇੰਟਰਪਟ ਹੋ ਜੇ ਤੇ ਤੁਹਾਡੀ ਉਹ ਕਲਾਸ ਮਿਸ ਹੋ ਗਈ, ਨਹੀਂ। अगर कोई इदा का इशू अराइज होंदा है तो तुहानूं इमीजिएटली वो क्लास का रिकॉर्डेड जिहड़ा लिंक है या रिकॉर्डेड वीडियो है वो तुहानूं इमीजिएटली मिल जाएगी। सो डोंट वरी अबाउट दैट, कोई भी चीज़ मिस नहीं होएगी, राइट। चाहे एरर किसी भी साइड वालों है,
ਇੱਕ ਚੀਜ਼ ਨੂੰ ਮੈਂ ਤੁਹਾਨੂੰ ਇਨਸ਼ੋਰ ਕਰ ਦੇਣਾ ਹੈ। ਠੀਕ ਹੈ ਜੀ, ਇਹਦੇ ਨਾਲ ਹੀ ਆਪਣਾ ਇਹ ਕਨਸੈਪਟ ਕੰਪਲੀਟ ਹੁੰਦਾ ਹੈ। ਥੈਂਕ ਯੂ ਵੈਰੀ ਮਚ।